your next topic here, next chapter is storage devices, right? Storage devices, all of you clearly know that storage devices ਕੀ ਹੈ? ਡਾਟਾ ਸਟੋਰ ਕਰਨ ਲਈ ਆਪਾਂ ਕੀ ਹੈ ਸਟੋਰੇਜ ਡਿਵਾਈਸ ਯੂਜ਼ ਕਰਦੇ ਹਾਂ। ਬੇਸਿਕਲੀ ਸਟੋਰੇਜ ਕੈਨ ਬੀ ਟੈਂਪਰੇਰੀ ਔਰ ਪਰਮਨੈਂਟ। ਜਿਹੜਾ ਇਹ ਚੈਪਟਰ ਹੈ ਇਹ ਕੰਸਰਨਡ ਹੈਗਾ ਪਰਮਨੈਂਟ ਸਟੋਰੇਜ ਲਈ। ਨਾਰਮਲੀ ਸਟੋਰੇਜ ਟੈਂਪਰੇਰੀ ਵੀ ਹੋ ਸਕਦਾ ਹੈਗਾ, ਪਰਮਨੈਂਟ ਵੀ ਹੋ ਸਕਦਾ ਹੈਗਾ, ਪਰ ਜਿਹੜੇ ਸਟੋਰੇਜ ਡਿਵਾਈਸਿਸ ਹੈਗੇ ਆ ਉਹ ਕੀ ਕਰਦੇ ਹੈਗੇ ਆ, ਦੇ ਸਟੋਰ ਦਾ ਡਾਟਾ ਪਰਮਾਨੈਂਟਲੀ, ਮੀਨਸ ਕਿ ਨਾਨ ਵੋਲਾਟਾਈਲ ਡਾਟਾ, ਮੀਨਸ ਡਾਟਾ ਕਾਂਟ ਬੀ ਡਿਲੀਟਡ, ਸੌਰੀ ਡਿਲੀਟ ਕਰ ਸਕਦੇ ਆ ਬਟ ਆਪਣੇ ਆਪ ਡਿਲੀਟ ਨਹੀਂ ਹੋਏਗਾ ਜਾਂ ਪਾਵਰ ਤੇ ਵਜ੍ਹਾ ਨਾਲ ਡਿਲੀਟ ਨਹੀਂ ਹੋਏਗਾ। ਜੇ ਪਾਵਰ ਆਫ ਕਰਾਂਗੇ ਪਰਮਨੈਂਟਲੀ ਸਟੋਰ ਰਹੇਗਾ। ਬਿਫੋਰ ਸਟਾਰਟਿੰਗ ਦਾ ਸਟੋਰੇਜ ਡਿਵਾਈਸਿਸ ਮੈਂ ਥੋੜਾ ਤੁਹਾਨੂੰ ਓਵਰਵਿਊ ਦੇ ਦੇਣਾ। ਜੋ ਮੈਮਰੀ ਹੈ, ਜੇ ਆਪਾਂ ਮੈਮਰੀ ਦੀ ਗੱਲ ਕਰੀਏ, ਵਾਟ ਇਜ਼ ਮੈਮਰੀ? ਜੇ ਆਪਾਂ ਮੈਮਰੀ, ਜਿਹੜੀ ਮੈਮਰੀ ਹੈ ਤੁਸੀਂ ਆਲਰੇਡੀ ਪੜ੍ਹਿਆ ਹੋਏਗਾ, ਟੂ ਸਟੋਰ ਦਾ ਡਾਟਾ ਆਪਾਂ ਟੂ ਪਾਰਟਸ ਡਿਵਾਈਡ ਕਰਦੇ ਹੈਗੇ ਆ। ਵਨ ਇਜ਼ प्राइमरी मेमोरी and second is secondary, ठीक है। there are two types, primary memory and secondary. जो primary memory है, it is also further divided into RAM and ROM, right? RAM and ROM. then RAM ਤੇ ROM ਦਾ ਤੁਹਾਨੂੰ ਕੁਝ ਆਈਡੀਆ ਤੁਹਾਨੂੰ ਮੈਂ ਦੱਸਿਆ ਹੋਏਗਾ। RAM ਰੈਂਡਮ ਐਕਸੈਸ ਮੈਮਰੀ ਹੈ, ਵੋਲਾਟਾਈਲ ਮੈਮਰੀ ਹੈ। ਜਿਸ ਟਾਈਮ ਆਪਾਂ ਕੰਪਿਊਟਰ ਤੇ ਕੰਮ ਕਰ ਰਹੇ ਹੁੰਦੇ ਆ ਉਸ ਟਾਈਮ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੰਮ ਕਰਦੇ ਹਾਂ ਹਮੇਸ਼ਾ ਰੈਮ ਦੇ ਵਿੱਚ ਕਰਦੇ ਹੈਗੇ, ਰੈਂਡਮ ਐਕਸੈਸ ਮੈਮਰੀ ਦੇ ਵਿੱਚ। ਸੋ ਇਹ ਵੋਲਾਟਾਈਲ ਮੈਮਰੀ ਹੈ। ਵੋਲਾਟਾਈਲ ਦਾ ਮੀਨਿੰਗ ਕੀ ਹੈ? ਇਟ ਇਜ਼ ਵੋਲਾਟਾਈਲ ਮੀਨਸ ਕੀ ਜੇ ਪਾਵਰ ਆਫ ਹੋ ਜਾਂਦੀ ਹੈਗੀ ਆ, ਇਨ ਕੇਸ ਪਾਵਰ ਚਲੀ ਜਾਂਦੀ, ਸਿਸਟਮ ਆਫ ਹੋ ਜਾਂਦਾ ਚੱਲਦਾ, ਜਿਹੜਾ ਆਪਾਂ ਡਾਟਾ ਸਟੋਰ ਕੀਤਾ ਹੁੰਦਾ ਹੈਗਾ ਉਹ ਡਿਲੀਟ ਹੋ ਜਾਂਦਾ ਹੈਗਾ। ਸੋ ਆਪਾਂ ਇਸ ਕਰਕੇ ਰੈਮ ਹੀ ਵੋਲਾਟਾਈਲ ਮੈਮਰੀ ਹੈਗੀ ਆ। ਜਿਹੜੀ ਰੋਮ ਹੈ, ਰੋਮ ਇੱਕ ਫਰਦਰ ਇੱਕ ਤੁਹਾਨੂੰ ਮੈਂ ਦੱਸਿਆ ਸੀ ਰੋਮ ਦਾ ਇੱਕ ਅਲੱਗ ਇੰਪੋਰਟੈਂਸ ਹੈ, ਡੈਟ ਇਜ਼ ਰੀਡ ਓਨਲੀ ਮੈਮਰੀ। ਜਿਹੜੀ ਮੈਮਰੀ ਹੈ ਹੀ ਰੀਡ ਓਨਲੀ ਮੀਨਸ ਕੀ ਹੈ, ਯੂ ਹੈਵ ਟੂ ਓਨਲੀ ਰੀਡ, ਤਾਂ ਨੈਚੁਰਲੀ ਕੀ ਆ ਉਹ ਆਪਣੇ ਯੂਜ਼ ਲਈ ਨਹੀਂ ਹੈ, ਆਪਾਂ ਜਸਟ ਕੀ ਹੈ ਉਹ ਕਿਸ ਲਈ ਹੈ, ਉਹ ਸਿਸਟਮ ਲਈ ਬਣੀ ਹੋਈ ਹੈਗੀ ਆ। ਸੋ ਇਹ ਜ਼ਿਆਦਾਤਰ ਰੋਮ ਬਾਇਓਸ ਹੁੰਦਾ ਹੈਗਾ, ਰੋਮ ਬਾਇਓਸ ਦੇ ਨਾਮ ਨਾਲ ਜਾਣਦੇ ਹੈਗੇ ਆ, ਰੀਡ ਓਨਲੀ ਮੈਮਰੀ ਬਾਇਓਸ। ਇਹਦੇ 'ਚ ਕੀ ਸਟਾਰਟਅਪ ਪ੍ਰੋਗਰਾਮਸ ਵਗੈਰਾ ਹੁੰਦੇ ਹੈਗੇ ਆ, ਤੇ ਜਿਹੜਾ ਸਟਾਰਟ ਜਿਹੜਾ ਸਿਸਟਮ ਕਰਦੇ ਆ ਸਾਰਾ ਜਿਹੜਾ ਫੰਕਸ਼ਨ ਜਿਹੜਾ ਸਟਾਰਟ ਹੁੰਦਾ ਸਰ ਹਮੇਸ਼ਾ ਰੋਮ ਤੋਂ ਹੁੰਦਾ। ਇਹ ਚਿਪ ਦੀ ਫਾਰਮ 'ਚ ਹੁੰਦੀ ਹੈਗੀ, ਇਹ ਚਿਪ ਦੀ ਫਾਰਮ 'ਚ ਹੁੰਦੀ ਹੈਗੀ ਆ ਰੀਡ ਓਨਲੀ ਮੈਮਰੀ। ਸੋ ਇਹਦੀ ਜੇ ਆਪਾਂ ਫਰਦਰ ਇਹਨੂੰ ਡਿਵਾਈਡ, ਇਹਦੇ ਜਿਹੜੇ ਇਹ ਐਕਚੁਅਲੀ ਰੋਮ ਕਈ ਤਰ੍ਹਾਂ ਨਾਲ ਪ੍ਰੋਗਰਾਮਿੰਗ ਕੀਤੀ ਜਾਂਦੀ। ਇਹਨੂੰ ਫਰਦਰ ਆਪਾਂ ਇਹਨੂੰ ਤੁਸੀਂ ਪੜ੍ਹਿਆ ਹੋਏਗਾ, ਆਪਾਂ ਪ੍ਰੋਮ ਕਹਿ ਦਿੰਦੇ ਹੈਗੇ ਆ, ਈਪੀ ਰੋਮ ਕਹਿ ਦਿੰਦੇ ਆ, ਈਪੀ ਰੋਮ, ਡਬਲ ਈਪੀ ਰੋਮ। ਬੇਸਿਕਲੀ ਕੀ ਹੈ ਇਹ ਫਰਦਰ, ਕਿਉਂਕਿ ਰੋਮ ਜਿਹੜੀ ਹੈਗੀ ਹੈ, ਕਿਉਂਕਿ ਮੈਨੂਫੈਕਚਰਰ ਜਦੋਂ ਆਪਣਾ ਸਿਸਟਮ ਬਣਾਉਂਦਾ ਹੈਗਾ ਉਸ ਟਾਈਮ ਰੋਮ ਦੀ ਪ੍ਰੋਗਰਾਮਿੰਗ ਕੀਤੀ ਹੁੰਦੀ ਹੈਗੀ ਹੈ, ਤਾਂ ਕਰਕੇ ਹਮੇਸ਼ਾ ਇਹਨੂੰ ਪ੍ਰੋਗਰਾਮ ਰੋਮ ਕਹਿੰਦੇ ਹੈਗੇ, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਮੀਨਸ ਕਿ ਕੁਝ ਸਟਾਰਟਅਪ ਪ੍ਰੋਗਰਾਮ ਵਿੱਚ ਕੀਤੇ ਹੁੰਦੇ ਆ, ਜਿਹੜੇ ਫਿਕਸ ਕੀਤੇ ਹੁੰਦੇ ਹੈਗੇ ਆ, ਉਹ ਕਿਹਨੇ ਕੀਤੇ ਹੁੰਦੇ ਆ, ਮੈਨੂਫੈਕਚਰਰ ਨੇ। ਸੋ ਇਨ ਕੇਸ ਵੈਸੇ ਤਾਂ ਥਰੂ ਆਊਟ ਲਾਈਫ ਜੇ ਤੁਸੀਂ ਸਿਸਟਮ ਯੂਜ਼ ਕਰਦੇ ਆ ਕੰਪਿਊਟਰ, ਤੁਹਾਡੇ ਪ੍ਰੋਮ 'ਚ ਕਦੇ ਵੀ ਰੋਮ 'ਚ ਕਦੇ ਫਾਲਟ ਨਹੀਂ ਪੈਂਦਾ ਹੈਗਾ। ਨਾਰਮਲੀ ਰੋਮ ਹਮੇਸ਼ਾ ਕਿਉਂਕਿ ਚਿਪ ਦੀ ਫਾਰਮ 'ਚ ਹੁੰਦੀ ਹੈਗੀ ਆ, ਇਹ ਕਦੇ ਵੀ ਇਹ 'ਚ ਪ੍ਰੋਬਲਮ ਨਹੀਂ ਆਉਂਦੀ ਹੈਗੀ ਆ ਅਤੇ ਹਮੇਸ਼ਾ ਸਿਕਿਉਰ ਰਹਿੰਦੀ ਹੈਗੀ ਆ। ਪਰ ਇਨ ਕੇਸ ਕਈ ਵਾਰ ਕਿਸੇ ਦਾ ਰੋਮ ਬਾਇਸ ਖਰਾਬ ਹੋ ਜਾਏ ਬੇਸਿਕ ਤਾਂ ਉਹਦੇ ਲਈ ਕੀ ਹੈ ਇਹਦੀ ਰੀਪ੍ਰੋਗਰਾਮਿੰਗ ਕਰਨੀ ਪੈਂਦੀ ਹੈਗੀ ਆ। ਜਦੋਂ ਆਪਾਂ ਰੀਪ੍ਰੋਗਰਾਮਿੰਗ ਕਹਿੰਦੇ ਹਾਂ ਤਾਂ ਉਹਦੇ ਲਈ ਆਪਾਂ ਨੂੰ ਕੀ ਆ ਡਿਫਰੈਂਟ ਮੈਥਡ ਚਾਹੀਦੀ ਆ, ਇਲੈਕਟ੍ਰੀਕਲੀ ਜਾਂ ਅਲਟਰਾ ਵਾਇਲਟ ਯੂਜ਼ ਕਰਕੇ ਆਪਾਂ ਇਸ ਚਿਪ ਨੂੰ ਕੀ ਹੈ ਜਿਹੜੀ ਪ੍ਰੋਗਰਾਮ ਹੈ ਇਹਦੀ ਇਰੇਜ਼ ਕਰ ਦਿੰਦੇ ਹਾਂ ਅਤੇ ਰੀਪ੍ਰੋਗਰਾਮਿੰਗ ਕਰ ਦਿੰਦੇ ਹੈਗੇ ਆ। ਇੱਕ ਫਰਦਰ ਕੰਸੈਪਟ ਹੈਗਾ ਇਸ ਚੀਜ਼ ਦਾ, ਠੀਕ ਹੈ। ਸੋ ਰੋਮ ਦਾ ਇੱਕ ਡਿਫਰੈਂਟ ਕੰਸੈਪਟ ਹੈ, ਰੀਡ ਓਨਲੀ ਮੈਮਰੀ ਹੈ, ਚਿਪ ਦੀ ਫਾਰਮ 'ਚ ਹੁੰਦੀ ਹੈਗੀ ਆ। ਇਹਨੂੰ ਆਪਾਂ ਫਰਮਵੇਅਰ ਵੀ ਕਹਿ ਦਿੰਦੇ ਹਾਂ, ਫਰਮਵੇਅਰ। ਤੁਸੀਂ ਆਮ ਤੌਰ 'ਤੇ ਪੜ੍ਹੇ ਇੱਕ ਸੋਫਟਵੇਅਰ ਹੁੰਦਾ, ਇੱਕ ਹਾਰਡਵੇਅਰ ਹੁੰਦਾ, ਇੱਕ ਫਰਮਵੇਅਰ ਹੁੰਦਾ ਹੈਗਾ। ਸੋਫਟਵੇਅਰ ਤੁਹਾਨੂੰ ਦੱਸਿਆ ਜਿਹੜਾ ਜੋ ਵੀ ਪ੍ਰੋਗਰਾਮਸ ਆ ਜਾਂ ਸੈਟ ਆਫ ਇੰਸਟਰਕਸ਼ਨਸ ਦਿੰਦੇ ਹੈਗੇ ਕੰਪਿਊਟਰ ਨੂੰ ਚਲਾਉਣ ਲਈ, ਉਹਦੇ ਲਈ ਕੀ ਆ ਆਪਾਂ ਨੂੰ ਫਰਮਵੇਅਰ ਕਹਿ ਦਿੰਦੇ ਆ, ਸੌਰੀ ਸੋਫਟਵੇਅਰ ਕਹਿ ਦਿੰਦੇ ਹੈਗੇ। ਹਾਰਡਵੇਅਰ ਫਿਜ਼ੀਕਲ ਕੰਪੋਨੈਂਟਸ ਆ ਇਹਦੇ, ਅਤੇ ਫਰਮਵੇਅਰ ਕੀ ਹੁੰਦਾ ਹੈਗਾ, ਫਰਮਵੇਅਰ ਹੁੰਦਾ ਬੇਸਿਕਲੀ ਜੇ ਕਿਸੇ ਪ੍ਰੋਗਰਾਮ ਨੂੰ ਜਾਂ ਤੁਸੀਂ ਪ੍ਰੋਗਰਾਮ ਨੂੰ ਕਿਸੇ ਚਿਪ ਦੀ ਫਾਰਮ 'ਚ ਸਟੋਰ ਕਰਦੇ ਹਾਂ, ਚਿਪ ਦੇ ਵਿੱਚ ਸਟੋਰ ਕਰਦੇ ਹਾਂ, ਤਾਂ ਉਹ ਜਿਹੜੀ ਚਿਪ ਹੁੰਦੀ ਹੈਗੀ ਉਹਨੂੰ ਆਪਾਂ ਫਰਮਵੇਅਰ ਕਹਿ ਦਿੰਦੇ ਹੈਗੇ। ਸੋ ਜਿਹੜੀ ਰੈਮ ਹੈਗੀ ਆ ਇਹ ਰੈਂਡਮ ਐਕਸੈਸ ਮੈਮਰੀ ਹੈਗੀ ਆ। ਜਿਹੜੀ ਰੈਂਡਮ ਐਕਸੈਸ ਮੈਮਰੀ ਇਹਦੀ ਇੱਕ ਅਲੱਗ ਇੰਪੋਰਟੈਂਸ ਹੈਗੀ ਆ,
ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਤਾਂ ਹੈ ਕਿਉਂਕਿ ਜੇ RAM ਤੁਹਾਡੇ ਸਿਸਟਮ 'ਚ ਫਾਲਟੀ ਆ ਗਈ ਤਾਂ ਤੁਹਾਡਾ ਸਿਸਟਮ ਵਰਕ ਨਹੀਂ ਕਰਦਾ, ਕਿਉਂਕਿ ਸਭ ਤੋਂ ਪਹਿਲਾਂ ਸਟਾਰਟਿੰਗ ਜਿਹੜੀ ਹੋਣੀ ਹੈਗੀ ਹੈ ROM ਤੋਂ ਹੋਣੀ ਹੈ। ROM ਤੋਂ ਬਾਅਦ RAM ਦਾ ਰੋਲ ਅਦਾ ਹੁੰਦਾ ਹੈਗਾ। RAM ਕੀ ਕਰਦੀ, ਜੋ ਵੀ ਤੁਹਾਡਾ ਆਪਰੇਟਿੰਗ ਸਿਸਟਮ ਦੀਆਂ ਫਾਈਲਾਂ ਲੋਡ ਹੋ ਕੇ ਆਉਣੀਆਂ, ਜਾਂ ਤੁਸੀਂ ਜਿਸ ਟਾਈਮ ਕੰਪਿਊਟਰ 'ਤੇ ਕੰਮ ਕਰਦੇ ਆ, ਵਿੰਡੋਜ਼ ਤੋਂ ਬਾਅਦ ਤੁਸੀਂ ਕੋਈ ਐਪਲੀਕੇਸ਼ਨ ਸੌਫਟਵੇਅਰ ਖੋਲ੍ਹਦੇ ਆ, ਫਾਰ ਐਗਜ਼ਾਮਪਲ ਦਾ MS Word 'ਚ ਕੰਮ ਕਰਦੇ ਆ, ਜਾਂ ਕੋਈ, ਤਾਂ ਜਿੰਨਾ ਚਿਰ ਤੁਸੀਂ ਸੇਵ ਨਹੀਂ ਕਰਦੇ ਡਾਟੇ ਨੂੰ, ਤਾਂ ਉਸ ਟਾਈਮ ਉਹ ਡਾਟਾ ਕਾਹਦੇ 'ਚ ਹੁੰਦਾ ਹੈਗਾ, ਉਹ RAM ਦੇ ਵਿੱਚ ਹੁੰਦਾ ਹੈਗਾ। ਤੇ RAM ਆਮ ਤੌਰ 'ਤੇ ਸਿਸਟਮਾਂ 'ਚ 2 GB ਜਾਂ 4 GB 8 GB ਇਸ ਟਾਈਪ 'ਚ RAM ਹੁੰਦੀ ਹੈਗੀ ਆ। ਇਹ ਇੱਦਾਂ ਇਸ ਤਰ੍ਹਾਂ ਦੀ ਰੈਕਟੈਂਗੂਲਰ ਸ਼ੇਪ 'ਚ ਹੁੰਦੀ ਹੈਗੀ ਆ। ਸੋ ਇਨ ਕੇਸ RAM ਖਰਾਬ ਹੋਈ ਤਾਂ ਸਿਸਟਮ ਤੁਹਾਡਾ ਚੱਲੇਗਾ ਨਹੀਂ। ਸੋ RAM ਦੀ ਕਿੰਨੀ ਇੰਪੋਰਟੈਂਸ ਹੈ। ਜੇ RAM ਨੋਰਮਲੀ ਸਿਸਟਮਾਂ 'ਚ RAM ਦੀ ਪ੍ਰੋਬਲਮ ਆਉਂਦੀ ਹੈਗੀ ਆ, ਜਦੋਂ ਕੋਈ ਰਿਪੇਅਰ ਵੀ ਕਰਨੀ ਹੁੰਦੀ, ਸਭ ਤੋਂ ਪਹਿਲਾਂ RAM ਨੂੰ ਦੇਖਿਆ ਜਾਂਦਾ। RAM ਨੂੰ ਕੀ ਹੈ, RAM ਨੂੰ ਨਿਕਾਲ ਕੇ ਦੁਬਾਰਾ ਰੀਇਨਸਰਟ ਕੀਤਾ ਜਾਂਦਾ ਹੈਗਾ। ਕਈ ਵਾਰ ਕਾਫੀ ਸਿਸਟਮਾਂ 'ਚ ਪ੍ਰੋਬਲਮ ਸੋਲਵ ਹੋ ਜਾਂਦੀ ਹੈਗੀ ਆ। ਸੋ ਜੇ ਇਨ ਕੇਸ RAM ਫਾਲਟੀ ਹੈ ਤਾਂ ਤੁਸੀਂ ਮਾਰਕੀਟ 'ਚੋਂ ਨਈ RAM ਲੈ ਕੇ ਰਿਪਲੇਸ ਕਰ ਸਕਦੇ ਹੈਗੇ। RAM ਵੋਲਾਟਾਈਲ ਹੁੰਦੀ ਆ, ਮੀਨਸ ਕਿ ਇਹਦੇ 'ਚ ਜਦੋਂ ਵੀ ਕੰਮ ਕਰਦੇ ਹੈਗੇ ਆ, ਕੋਈ ਵਰਕ ਕਰ ਰਹੇ ਹੈਗੇ ਆਪਾਂ, ਕੋਈ ਡਾਟਾ ਲਿਖ ਰਹੇ ਹੈਗੇ ਆ, ਤਾਂ ਸਾਰਾ ਜਦੋਂ ਪਾਵਰ ਆਫ ਹੋ ਜਾਂਦੀ ਸਿਸਟਮ ਦੀ, ਤਾਂ ਇਹ ਜਿਹੜੇ ਇਹਦੀ ਕੰਟੈਂਟਸ ਹੈਗੇ ਆ ਉਹ ਡਿਲੀਟ ਹੋ ਜਾਂਦੇ ਹੈਗੇ ਆ। ਸੋ ਆਪਾਂ ਇਹਨੂੰ ਵੋਲਾਟਾਈਲ ਕਹਿ ਦਿੰਦੇ ਹਾਂ। ਇਹਦੀ ਫਰਦਰ ਤੁਹਾਨੂੰ RAM ਕਿੱਥੇ ਲੱਗਦੀ, RAM ਦੇ ਸਲੋਟ ਬਣੇ ਹੁੰਦੇ ਆ ਮਦਰਬੋਰਡ ਦੇ ਉਹਦੇ ਉੱਪਰ ਲੱਗਦੀ ਹੈਗੀ ਆ। ਜੇ RAM ਦੀ ਜੇ ਆਪਾਂ ਟਾਈਪਸ ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ SRAM, ਦੋ ਟਾਈਪਸ ਹੁੰਦੀ ਹੈਗੀ ਹੈ, ਤੇ DRAM। ਇਹ ਸਟੈਟਿਕ RAM ਹੁੰਦੀ ਹੈਗੀ ਹੈ ਤੇ ਇੱਕ ਡਾਇਨਾਮਿਕ RAM ਹੁੰਦੀ ਹੈ। ਸਟੈਟਿਕ ਐਂਡ ਡਾਇਨਾਮਿਕ DRAM। ਜਿਹੜੀ DRAM ਹੁੰਦੀ ਹੈਗੀ ਆ, ਉਹਨੂੰ ਫਰਦਰ ਆਪਾਂ ਅੱਜ ਕੱਲ੍ਹ ਜਿਹੜੀ ਚੱਲਦੀ ਹੈਗੀ ਡਾਇਨਾਮਿਕ RAM, ਉਹਦੇ 'ਚ ਕੀ ਹੈ, DDR ਡਾਇਨਾਮਿਕ DDR1 DDR2 DDR3 DDR4 ਅੱਜ ਕੱਲ੍ਹ ਇਹ ਰੈਮਸ ਚੱਲ ਰਹੀਆਂ ਹੈਗੀਆਂ। ਅੱਜ ਕੱਲ੍ਹ DDR4 RAM ਚਾਹੀਦੀ ਹੈ। ਇਹ ਟਾਈਪ ਆਫ RAM ਹੈਗੀ ਆ। ਮੀਨਸ ਕੀ ਹੈ, ਜਿਹੜੀ RAM ਤੁਸੀਂ ਮਾਰਕੀਟ 'ਚੋਂ ਬਾਈ ਕਰਦੇ ਹੈਗੇ ਆ, ਜਿਹੜਾ ਤੁਹਾਡਾ ਮਦਰਬੋਰਡ ਸਪੋਰਟ ਕਰਦਾ ਉਹਦੇ ਅਕੋਰਡਿੰਗਲੀ ਕੀ ਹੈ, ਜਿਹੜੇ ਲੇਟੈਸਟ ਤੁਹਾਡੇ ਕੋਲ ਸਿਸਟਮ ਹੋਣੇ ਕੰਪਿਊਟਰ, ਕਿਸੇ ਕੋਲ i7 ਹੈ ਤਾਂ ਉਹਦਾ ਮੋਸਟ ਪ੍ਰੋਬਬਲੀ ਕੀ ਹੈ, DDR4 RAM ਹੁੰਦੀ ਕੀ ਹੈ। ਜਿਸ ਤਰ੍ਹਾਂ ਆਪਾਂ ਕਿਸੇ ਚੀਜ਼ ਦੇ ਵਰਸ਼ਨ ਕਹਿ ਦਿੰਦੇ ਹੈਗੇ ਆ, ਜੋ ਸੋ ਫਾਸਟਰ ਵਰਸ਼ਨ ਜਿਹੜੇ ਹੈਗੇ ਆ ਉਹ ਅੱਜ ਕੱਲ੍ਹ ਯੂਜ਼ ਹੁੰਦੇ ਆ, ਪਹਿਲਾਂ ਇੱਦਾਂ ਇਹਦੀ ਐਵੋਲਿਊਸ਼ਨ ਹੋਈ। ਸੋ ਇਹ ਜਿਹੜਾ ਪ੍ਰਾਇਮਰੀ ਸੈਕਸ਼ਨ ਹੈਗਾ, ਇਹ ਸਿਰਫ RAM ਤੇ ROM ਨਾਲ ਰਿਲੇਟਡ ਹੈ। ਆ ਜਿਹੜਾ ਪ੍ਰਾਇਮਰੀ ਸੈਕਸ਼ਨ ਜਿੰਨਾ ਤੁਹਾਨੂੰ ਮੈਂ ਇੰਨਾ ਦੱਸਿਆ ਹੈਗਾ ਅਬਾਊਟ ਦਿਸ ਵਨ, ਇਹ ਕੀ ਹੈਗਾ, ਇਹ ਕੀ ਹੈ, ਪ੍ਰਾਇਮਰੀ ਸੈਕਸ਼ਨ ਹੈ, ਇਹਦੇ 'ਚ RAM ROM ਆ ਜਾਂਦੀ। ਹੁਣ ਦੂਸਰਾ ਪਾਰਟ ਕੀ ਹੈ ਤੁਹਾਡਾ, ਸੈਕੰਡਰੀ ਸਟੋਰੇਜ। ਜਿਹੜੀ ਸੈਕੰਡਰੀ ਸਟੋਰੇਜ ਹੈ, ਸੈਕੰਡਰੀ ਸਟੋਰੇਜ 'ਚ ਉਹ ਡਾਟਾ ਉਹ ਡਿਵਾਈਸਿਸ ਆ ਜਾਂਦੇ, ਸਟੋਰੇਜ ਉਹ ਆ ਜਾਂਦੀ ਹੈ ਜਿਹੜੀ ਕੀ ਹੈ, ਪਰਮਾਨੈਂਟ ਹੈ। ਪਰਮਾਨੈਂਟ ਸਟੋਰੇਜ ਜਿਹੜੀ ਹੈਗੀ ਉਹਨੂੰ ਕੀ ਕਹਿੰਦੇ ਨੇ ਆਪਾਂ, ਪਰਮਾਨੈਂਟ ਸਟੋਰੇਜ ਜਿਹੜੀ ਹੈਗੀ ਆ, ਦੈਟ ਇਜ਼ ਸੈਕੰਡਰੀ ਸਟੋਰੇਜ। ਸੈਕੰਡਰੀ ਸਟੋਰੇਜ ਹਮੇਸ਼ਾ ਕੀ ਪਰਮਾਨੈਂਟ ਹੋਏਗੀ। ਸੋ ਪਰਮਾਨੈਂਟ ਦੇ ਅੰਡਰ ਕਿਹੜੇ ਆ ਜਾਂਦੇ ਹੈਗੇ ਆ ਤੁਹਾਡੇ, ਸਭ ਤੋਂ ਪਹਿਲਾਂ ਰੀਸੈਂਟਲੀ ਜਿਹੜਾ ਅੱਜ ਕੱਲ੍ਹ ਆਬਸਲੀਟ ਹੋ ਚੁੱਕੀ ਹੈ, ਪਹਿਲਾਂ ਫਲੋਪੀ ਡਿਸਕ ਹੁੰਦੀ ਸੀਗੀ, ਫਲੋਪੀ ਡਿਸਕ। ਫਲੋਪੀ ਡਿਸਕ ਦਾ ਕੀ ਕੰਮ ਹੁੰਦਾ ਸੀ, ਫਲੋਪੀ ਡਿਸਕ ਬੇਸਿਕਲੀ ਪਰਪਸ ਸੀ ਡਾਟਾ ਕੈਰੀ ਕਰਨ ਲਈ। ਮੀਨਸ ਕੀ ਆ, ਜਿਸ ਤਰ੍ਹਾਂ ਅੱਜ ਕੱਲ੍ਹ ਤੁਸੀਂ ਪੈਨ ਡਰਾਈਵ ਯੂਜ਼ ਕਰਦੇ ਆ, ਪਹਿਲਾਂ ਕੀ ਹੁੰਦਾ ਸੀਗਾ, ਫਲੋਪੀ ਡਿਸਕ ਆਉਂਦੀ ਸੀਗੀ, ਇੱਕ ਡਿਸਕ ਦੀ ਸ਼ੇਪ ਸੀ, ਤੇ ਤੁਸੀਂ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਡਾਟਾ ਕੈਰੀ ਕਰਨਾ ਸੀ, ਇੱਕ ਸਿਸਟਮ ਤੋਂ ਦੂਜੀ ਸਿਸਟਮ, ਤਾਂ ਫਲੋਪੀ ਸਟੋਰ ਕਰਦੇ ਸੀਗੇ, ਤੇ ਤੁਸੀਂ ਦੂਜੇ ਸਿਸਟਮ 'ਚ ਜਾ ਕੇ ਫਲੋਪੀ ਇੰਸਰਟ ਕਰ ਦਿੰਦੇ ਸੀ, ਤੇ ਡਾਟਾ ਤੁਹਾਡਾ ਟਰਾਂਸਫਰ ਹੋ ਜਾਂਦਾ ਸੀ। ਤੇ ਫਲੋਪੀ ਦੀ ਕਪੈਸਿਟੀ ਕਿੰਨੀ ਸੀਗੀ, ਅਬਾਊਟ 1.44 MB। ਤੁਸੀਂ ਇਮੈਜਿਨ ਕਰਕੇ ਦੇਖੋ 1.44 MB ਕਿੰਨਾ ਹੋਏਗਾ, ਅਬਾਊਟ ਇੱਕ ਫਲੋਪੀ ਨਾਲ ਤੁਸੀਂ ਇੱਕ ਸਿਸਟਮ ਤੋਂ ਡਾਟਾ ਦੂਜੇ ਸਿਸਟਮ ਤੇ ਲੈ ਕੇ ਜਾਣਾ ਹੁੰਦਾ ਸੀ। ਇੱਕ ਫਲੋਪੀ 'ਚ ਕਿੰਨਾ ਹੁੰਦਾ ਸੀ, 1.44 MB ਮੈਗਾਬਾਈਟ, ਓਨਲੀ 1 ਜਿਹੜਾ ਕਿ 2 MB ਤੋਂ ਘੱਟ ਹੈਗਾ। ਤੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਏਗਾ ਜਿਹੜਾ ਇੱਕ ਸਿੰਗਲ ਸੌਂਗ ਵੀ ਹੈ ਤੁਹਾਡਾ, MP3 ਸੌਂਗ ਵੀ ਹੈ, 4 5 6 MB ਤੋਂ ਜ਼ਿਕਰ ਹੁੰਦਾ ਹੈ। ਸੋ ਤੁਸੀਂ ਸੋਚ ਸਕਦੇ ਆ ਵੀ ਕਿੰਨੀ ਚੇਂਜ ਆ ਚੁੱਕੀ ਹੈਗੀ ਆ। ਤੁਸੀਂ ਇਹ ਫਲੋਪੀ ਡਿਸਕ ਦੀ ਜਗ੍ਹਾ ਅੱਜ ਕੱਲ੍ਹ ਕੀ ਯੂਜ਼ ਕਰ ਰਹੇ ਹੋ, ਕੀ ਯੂਜ਼ ਕਰ ਰਹੇ ਇਹਦੀ ਜਗ੍ਹਾ, ਨੋ, ਡਾਟਾ ਕੈਰੀ ਕਰਨ ਲਈ, ਡਾਟਾ ਟਰਾਂਸਫਰ ਕਰਨ ਲਈ, ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ, ਰਾਈਟ ਪੈਨ ਡਰਾਈਵ। ਸੋ ਦੇਖੋ ਹਾਂ ਬਿਲਕੁਲ ਸਹੀ ਹੈ, ਪੈਨ ਡਰਾਈਵ। ਪੈਨ ਡਰਾਈਵ ਕੀ ਹੈ, ਫਲੈਸ਼ ਡਰਾਈਵ ਹੈ। ਦੇਖੋ ਉਹਦਾ ਸਾਈਜ਼ ਕਿੰਨਾ ਹੈਗਾ, ਬੜੀ ਸਮਾਲਰ ਸਾਈਜ਼ ਹੈਗੀ ਹੈ। ਤੇ ਤੁਸੀਂ ਦੇਖ ਸਕਦੇ ਆ ਵੀ ਕਿੰਨੀ ਵਿਦਿਨ 10 ਔਰ 15 ਈਅਰਸ ਕਿੰਨੀ ਐਡਵਾਂਸਮੈਂਟ ਹੋ ਚੁੱਕੀ ਹੈਗੀ ਹੈ। ਵਿਦਿਨ 20 ਈਅਰਸ ਅੱਜ ਕੱਲ੍ਹ ਪੈਨ ਡਰਾਈਵ ਤੁਸੀਂ ਦੇਖੋ ਕਿੰਨੇ ਕਿੰਨੇ ਗੀਗਾਬਾਈਟਸ ਆਉਂਦੀਆਂ ਹੈਗੀਆਂ। ਇਹ ਸਿਰਫ 2 MB, ਇਹ ਸਿਰਫ 2 MB ਤੱਕ ਡਾਟਾ ਕੈਰੀ ਕਰ ਸਕਦੇ ਸੀਗੇ।
ਤੇ ਅੱਜ ਕੱਲ੍ਹ ਤੁਸੀਂ ਪੈਨ ਡਰਾਈਵ 'ਚ ਕੀ ਹੈ, ਲੋਟਸ ਆਫ ਗੀਗਾਬਾਈਟਸ, ਤੁਸੀਂ 16 GB 32 GB ਜਾਂ ਇਸ ਤੋਂ ਮੋਰ ਵਾਲੀਆਂ ਵੀ ਪੈਨ ਡਰਾਈਵ ਯੂਜ਼ ਕਰ ਰਹੀਆਂ। ਸੋ ਇਹਦੇ 'ਚ ਵੀ ਡਾਟਾ ਪਰਮਾਨੈਂਟਲੀ ਸਟੋਰ ਰਹਿੰਦਾ ਹੈਗਾ। ਦੂਸਰਾ ਪਰਮਾਨੈਂਟ ਸਟੋਰੇਜ ਵਿੱਚ ਆ ਜਾਂਦਾ ਹੈਗਾ ਸੈਕਿੰਡ, ਜਿਹੜਾ ਹਾਰਡ ਡਿਸਕ ਡਰਾਈਵ, ਹਾਰਡ ਡਿਸਕ HDD, that is hard disk drive। ਸੋ ਸਭ ਤੋਂ ਕੰਪਿਊਟਰ 'ਚ ਜੇ ਪਰਮਾਨੈਂਟਲੀ ਸਟੋਰੇਜ ਲਈ ਜਿਹੜਾ ਡਿਵਾਈਸ ਰੱਖਿਆ, ਜਿਹੜਾ ਪਰਮਾਨੈਂਟਲੀ ਸਿਸਟਮ ਦੇ ਅੰਦਰ ਰਹਿੰਦਾ ਹੈ, ਚਾਹੇ ਲੈਪਟਾਪ ਹੈ ਚਾਹੇ ਕੰਪਿਊਟਰ ਹੈ, ਡੈਟ ਇਜ਼ ਯੂਰ ਹਾਰਡ ਡਿਸਕ ਡਰਾਈਵ। ਜਦੋਂ ਵੀ ਤੁਸੀਂ ਰੈਮ 'ਚ ਕੰਮ ਕਰ ਰਹੇ ਹੁੰਦੇ ਹੈਗੇ ਆ, ਰੈਮ ਤੋਂ ਬਾਅਦ ਜਦੋਂ ਤੁਹਾਡਾ ਡਾਟਾ ਤੁਸੀਂ ਡਾਕੂਮੈਂਟ ਸੇਵ ਕਰਦੇ ਹੈਗੇ ਆ, ਸਭ ਤੋਂ ਪਹਿਲਾਂ ਸਿਸਟਮ ਤੁਹਾਨੂੰ ਪੁੱਛਦਾ ਵੇਅਰ ਯੂ ਵਾਂਟ ਟੂ ਸੇਵ ਇਟ, ਤਾਂ ਡੈਫੀਨੇਟਲੀ ਯੂ ਆਰ ਸੇਵਿੰਗ ਇਨਸਾਈਡ ਹਾਰਡ ਡਿਸਕ। ਤੁਸੀਂ ਜੇ ਉਹਦਾ ਪਾਥ ਦੇਖੋਗੇ ਤੁਹਾਡਾ ਕਿੱਥੇ ਸਟੋਰ ਹੋਇਆ ਡਾਟਾ, ਚਾਹੇ ਤੁਸੀਂ ਮਾਈ ਡਾਕੂਮੈਂਟਸ ਕਰ ਰਹੇ ਆ, ਚਾਹੇ ਆਪਣਾ ਫੋਲਡਰ ਬਣਾ ਰਹੇ ਆ, ਤਾਂ ਤੁਹਾਡਾ ਹਮੇਸ਼ਾ ਜਿਹੜਾ ਫੋਲਡਰ ਜਾਂ ਉਹ ਕਿੱਥੇ ਬਣੇਗਾ, ਹਾਰਡ ਡਿਸਕ ਡਰਾਈਵ ਦੇ ਵਿੱਚ। ਜਿਹੜੀ ਤੁਸੀਂ ਸੀ ਜੇ ਪਾਰਟੀਸ਼ਨ ਕੀਤੀ ਹੋ ਸਕਦੀ ਹੈਗੀ ਆ, ਜਾਂ ਡੀ ਹੋਏਗੀ ਜਾਂ ਈ ਹੋਏਗੀ, ਇਹ ਪਾਰਟੀਸ਼ਨਸ ਹੈਗੀਆਂ। ਇਹ ਕੀ ਹੈ, ਪਾਰਟੀਸ਼ਨਸ। ਬੇਸਿਕਲੀ ਕੀ ਆ, ਹਾਰਡ ਡਿਸਕ ਇੱਕ ਹੁੰਦੀ ਹੈਗੀ ਆ, ਹਾਰਡ ਡਿਸਕ ਹੈ ਸਿੰਗਲ ਪੀਸ ਹੈ, ਸਿੰਗਲ ਹਾਰਡ ਡਿਸਕ। ਪਰ ਇਹਦੇ ਅੰਦਰ ਕੀ ਕੀਤਾ ਹੁੰਦਾ ਆਪਾਂ, ਜਿਵੇਂ ਆਪਾਂ ਘਰ ਦੇ ਵਿੱਚ ਕੀ ਆ, ਘਰ ਦਾ ਇੱਕ ਪੋਰਸ਼ਨ ਆਪਣਾ ਟੋਟਲ ਏਰੀਆ ਹੁੰਦਾ, ਉਹਦੇ 'ਚ ਆਪਾਂ ਅਲੱਗ-ਅਲੱਗ ਕਮਰੇ ਬਣਾਏ ਹੁੰਦੇ ਹੈਗੇ ਆ, ਤੇ ਜਾਂ ਕਹਿ ਲਓ ਵੀ ਇੱਕ ਕਮਰੇ ਦੇ ਅੰਦਰ ਅਲੱਗ-ਅਲੱਗ ਅਲਮੀਰਾਸ ਬਣਾਏ ਹੁੰਦੇ ਹੈਗੇ ਆ। ਸਿਮਿਲਰਲੀ ਕੀ ਆ, ਹਾਰਡ ਡਿਸਕ ਡਰਾਈਵ ਉਸ ਰੂਮ ਦੀ ਤਰ੍ਹਾਂ, ਜਿਹਦੇ 'ਚ ਮਲਟੀਪਲ ਤੁਸੀਂ ਅਲਮੀਰਾ ਰੱਖੀਆਂ ਹੈ ਤਾਂ ਕਿ ਅਲੱਗ-ਅਲੱਗ ਡਾਟਾ ਰੱਖਣ ਦੀ। ਸੋ ਸੀ ਡਰਾਈਵ, ਡੀ ਡਰਾਈਵ ਐਂਡ ਫਰਦਰ ਤੁਸੀਂ ਇਹਨੂੰ ਹੋਰ ਇਨਹਾਂਸ ਕਰ ਸਕਦੇ ਆ, ਨੰਬਰ ਆਫ ਡਰਾਈਵ ਤੁਸੀਂ ਬਣਾ ਸਕਦੇ ਹੈਗੇ ਜੀ। ਸੀ, ਡੀ, ਈ, these are known as partitions, these are known as partitions, ਇਹਨੂੰ ਆਪਾਂ ਪਾਰਟੀਸ਼ਨਸ ਕਹਿ ਦਿੰਦੇ ਹੈਗੇ ਆ। ਸੋ ਹਾਰਡ ਡਿਸਕ 'ਚ ਕੀ ਹੈ, ਜਿਹੜੀ ਹਾਰਡ ਡਿਸਕ ਦੀ ਕਪੈਸਿਟੀ ਹੈ, ਜੋ ਅੱਜ ਕੱਲ੍ਹ ਹਾਰਡ ਡਿਸਕ ਜਿਹੜੀ ਆਉਂਦੀ ਹੈਗੀ, ਉਹ ਕਿਹੜੀ ਕਪੈਸਿਟੀ ਦੀ ਹੁੰਦੀ ਹੈਗੀਆਂ, ਇਹ ਪਰਮਾਨੈਂਟਲੀ ਸਟੋਰੇਜ ਆ। ਤੁਸੀਂ ਦੇਖਿਆ ਹੋਏਗਾ 500 GB ਜਾਂ 1 TB ਔਰ ਮੇ ਬੀ ਮੋਰ, ਇਸ ਤੋਂ ਮੋਰ ਵੀ ਹੋ ਸਕਦੀ ਹੈਗੀ ਆ, ਠੀਕ ਹੈ। ਇਹ ਨਾਰਮਲ ਕਪੈਸਿਟੀ ਹੈ ਜਿਹੜੀ ਹਾਰਡ ਡਿਸਕ ਦੀ ਹੈਗੀ ਹੈ। ਸੋ ਇਟ ਇਜ਼ ਪਰਮਾਨੈਂਟ ਸਟੋਰੇਜ, ਤੁਸੀਂ ਸਫੀਸ਼ੀਐਂਟ ਡਾਟਾ ਇਹਦੇ ਅੰਦਰ ਰੱਖ ਸਕਦੇ ਹੈਗੇ, ਠੀਕ ਹੈ ਜੀ। ਸੋ ਇਹ ਹਾਰਡ ਡਿਸਕ ਦਾ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਹੈਗਾ, ਤੇ ਈਵਨ ਅੱਜ ਕੱਲ੍ਹ ਹਾਰਡ ਡਿਸਕ ਨੂੰ ਵੀ ਰਿਪਲੇਸ ਕੀਤਾ ਗਿਆ ਹੈ ਕਿਸ ਚੀਜ਼ ਨਾਲ, ਪਤਾ ਕਿਸ ਚੀਜ਼ ਨਾਲ ਰਿਪਲੇਸ ਕੀਤਾ ਗਿਆ? ਹਾਰਡ ਡਿਸਕ ਸਲੋਅਰ ਹੈ ਕੰਪੈਰੇਟਿਵਲੀ ਟੂ ਸਮ ਅਦਰ ਡਿਵਾਈਸ, ਡੈਟ ਇਜ਼ ਨੋਨ SSD, ਜੇ ਕਿਸੇ ਨੇ ਨਾਮ ਸੁਣਿਆ ਹੋਵੇ, ਸੋਲਿਡ ਸਟੇਟ ਡਿਵਾਈਸ। ਹਾਂ ਰਾਈਟ, ਜਿਹਨੇ ਵੇਅਰ ਹੈਗੇ ਆ ਸੋਲਿਡ ਸਟੇਟ ਡਿਵਾਈਸ ਹੈ ਇਹ, ਹਾਂਜੀ ਇਹ ਕੰਪੈਕਟ ਸਾਈਜ਼ ਹੈ। ਇਹਦਾ ਡਾਟਾ ਟਰਾਂਸਫਰ ਰੇਟ ਬਹੁਤ ਜ਼ਿਆਦਾ ਹੈਗਾ। ਡਾਟਾ ਟਰਾਂਸਫਰ ਦਾ ਮੀਨ ਕੀ ਹੈ, ਤੁਸੀਂ ਜਿਹੜਾ ਡਾਟਾ ਚਾਹੇ ਤੁਸੀਂ ਪੈਨ ਡਰਾਈਵ ਤੋਂ ਸਿਸਟਮ 'ਚ ਕਰ ਰਹੇ ਆ, ਜਾਂ ਇੱਕ ਦੂਜੇ ਮੂਵਮੈਂਟ ਜਿਹੜੀ ਡਾਟੇ ਦੀ ਹੈ ਬੜੀ ਫਾਸਟ ਹੈ, ਤੁਸੀਂ ਡਾਟੇ ਨੂੰ ਈਜ਼ੀਲੀ ਟਰਾਂਸਫਰ ਕਰ ਸਕਦੇ ਹੋ, ਫਾਸਟ ਟਰਾਂਸਫਰ ਕਰ ਸਕਦੇ ਹੋ। ਬਟ ਦੀਜ਼ ਆਰ ਬਿਟ ਕਾਸਟਲੀ, ਇਹ ਕਾਸਟਲੀ ਇਸ ਕਰਕੇ ਹਜੇ ਆਪਾਂ ਮਾਰਕੀਟ 'ਚ ਤੁਸੀਂ ਸਿਸਟਮਾਂ 'ਚ ਹਜੇ SSD ਨਹੀਂ ਦੇਖੋਗੇ। ਫਰਦਰ ਜਿਹੜੇ ਸਿਸਟਮ ਆਉਣਗੇ ਤੁਹਾਨੂੰ SSD ਹੀ ਮਿਲਣਗੇ, ਤੁਹਾਨੂੰ ਹਾਰਡ ਡਿਸਕ ਡਰਾਈਵ ਨਹੀਂ ਮਿਲੇਗੀ। ਦੈਨ ਫੋਰਥ ਇਹਦਾ ਜਿਹੜੇ ਇੱਕ ਹੋਰ ਪਰਮਾਨੈਂਟ ਸਟੋਰੇਜ ਡਿਵਾਈਸ ਹੈ, ਡੈਟ ਇਜ਼ CD ਔਰ DVD। CD ਔਰ DVD, CD ਤੇ DVD ਦਾ ਕੀ ਕੰਮ ਹੈ, CD is a compact disk, DVD is also digital versatile disk। ਇਹ ਦੋਨਾਂ ਦਾ ਕੀ ਕੰਮ ਹੈਗਾ, ਇਹ ਵੀ ਇੱਕ ਪਰਮਾਨੈਂਟ ਸਟੋਰੇਜ ਹੈਗਾ। ਪਰ ਇਹ ਦੋਨਾਂ 'ਚ ਕੀ ਫਾਇਦਾ ਹੈਗਾ, ਆਪਾਂ ਇਹਦੇ 'ਚ ਵੀ ਡਾਟੇ ਨੂੰ ਤੁਸੀਂ ਕੈਰੀ ਕਰ ਸਕਦੇ ਹੈਗੇ ਆ, ਪਰ ਇਹਦੇ 'ਚ ਕੀ ਹੈ, ਇਟ ਇਜ਼ ਮਚ ਸਿਕਿਉਰ ਐਜ਼ ਕੰਪੇਅਰ ਟੂ ਪੈਨ ਡਰਾਈਵ। ਡਾਟਾ ਇਹਨਾਂ 'ਚ ਵੀ ਪਹਿਲਾਂ ਕਿਸੇ ਟਾਈਮ CD DVD 'ਚ ਡਾਟਾ ਜਿਹੜਾ ਆਉਂਦਾ ਸੀ, ਪੈਨ ਡਰਾਈਵ 'ਚ ਘੱਟ ਹੁੰਦਾ ਸੀ। ਅੱਜ ਕੱਲ੍ਹ ਪੈਨ ਡਰਾਈਵ 'ਚ ਵੀ ਬਹੁਤ ਡਾਟਾ ਤੁਸੀਂ ਕੈਰੀ ਕਰ ਸਕਦੇ ਆ, ਬਟ ਪੈਨ ਡਰਾਈਵ ਦਾ ਡਾਟਾ ਸਿਕਿਉਰ ਨਹੀਂ ਹੁੰਦਾ ਹੈਗਾ ਕੰਪੈਰੇਟਿਵਲੀ CD ਔਰ DVD। CD ਔਰ DVD ਤੁਸੀਂ ਪਰਮਾਨੈਂਟਲੀ ਸਟੋਰ ਕਰ ਸਕਦੇ ਹੈਗੇ ਆ। ਜਦੋਂ ਪਰਮਾਨੈਂਟਲੀ ਸਟੋਰ ਹੁੰਦਾ ਹੈ ਤਾਂ ਡਾਟਾ, ਫਿਰ ਤੁਹਾਡਾ ਸੋ ਬਹੁਤਾ ਮਿਊਜ਼ਿਕ ਸਿਸਟਮ ਵਗੈਰਾ, ਮਿਊਜ਼ਿਕ ਦੀਆਂ CDs ਵਗੈਰਾ, DVDs ਵਗੈਰਾ, ਵੀਡੀਓਜ਼, ਸੋ ਨੈਚੁਰਲੀ ਆਪਾਂ ਸਾਰਾ ਉਹਦੇ 'ਚ ਕਾਹਦੇ 'ਚ ਦੇਖਦੇ ਹਾਂ, CD ਔਰ DVDs ਦੇਖਦੇ ਹੈਗੇ। ਸੋ ਇਹ ਨਾਰਮਲੀ ਜਿਹੜੇ ਡਿਵਾਈਸਿਸ ਹੈਗੇ ਆ ਤੁਹਾਡੇ ਸੈਕੰਡਰੀ ਸਟੋਰੇਜ 'ਚ ਆਉਂਦੇ ਹੈਗੇ ਆ। ਤੇ ਆਪਣਾ ਜਿਹੜਾ ਕੰਸਰਨ ਟੌਪਿਕ ਹੈਗਾ, ਕੰਸਰਨ ਚੈਪਟਰ, ਇਟ ਇਜ਼ ਆਲਸੋ ਰਿਲੇਟਿਡ ਟੂ ਸਟੋਰੇਜ ਡਿਵਾਈਸਿਸ, ਨਾਟ RAM ਔਰ ROM, ਸਟੋਰੇਜ ਡਿਵਾਈਸਿਸ ਰਿਲੇਟਿਡ ਹੈ। ਸੋ ਇਹਦੇ 'ਚ 1 ਬਾਏ 1 ਆਪਾਂ ਜਾਂ ਥੋੜ੍ਹਾ ਤੁਹਾਨੂੰ ਬਰੀਫ ਮੈਂ ਫਲੋਪੀ ਡਿਸਕ ਦਾ ਦੱਸਾਂਗਾ, ਫਿਰ ਹਾਰਡ ਡਿਸਕ ਡਰਾਈਵ, then we will discuss CD or DVD and and flash drive, flash ਜਾਂ pen drive ਜਾਂ flash drive। ਸੋ ਇੱਥੋਂ ਤੱਕ ਸਮਝ ਲੱਗ ਗਈ ਹੈਗੀ ਆ, ਠੀਕ ਹੈ।